एक ना एक दिन मौत ही हो जाएगी ना, सोच सोच के फिक्र फिक्र। सियाणे अदीब का कथन है, कहते ऐ मनुख ये जिहड़ी रसना सी तैनूं नाम जपण वास्ते दित्ते सी, अखां दित्तियां सी वाहिगुरू जी दे दर्शन करन वास्ते। भई प्राप्त मानुख दे वरीया, गोबिंद मिलन किए तेरी वरीया, अवर काज तेरा किता ना काम, मिल साध संगत भज केवल नाम। ये चिरंकाल बाद सानू देह प्राप्त होई सी नाम जपण वास्ते, वाहिगुरू दे दर्शनां वास्ते। कहंदे 24,000 सवास बंदे दा आमदन मूल ना थीवे, एक भी सवास की आमदन नहीं, रोज घटते जा रहे हैं 24,000 दिन ते रात, ते बंदे दे कोई फेर असर नहीं। बहती जात कदे दृष्ट ना धारत, महाराज कहते मिथ्या मोह बंधे नित पारच। मिथ्या जिहड़े झूठे मोह आदिक दे विच, ये प्रपंच दे विच फस के महाराज सच्चे पातशाह जी कहते अपना समा जाई गवारे है, कदे इस पासे ध्यान ही नहीं मार रहा। बहती जात कदे दृष्ट ना धारत। इसलिए आ मनुख रसना जाप जपो बनवारी। जे तू वाहिगुरू दा हिरदे च ध्यान धरना शब्द द्वारा, तो पहला रसना नाल वाहिगुरू दा मालिक दा नाम जप। सफल मूरत दर्शन बलिहारी। महाराज कहते भाई वो वाहिगुरू दा जिहड़ा दर्शन है वह सफला है। सफल दा अर्थ हुंदा सहत फल दे, सफल सहत फल दे। जिवें किसी बंदे नूं वेख लईए उहदा कोई फल नहीं ना है। हाँ निगुरे नूं वेखण दा सतगुरु जी ने बाणी च कहा भी पाप है, उहदा नां लेना भी पाप है। सतगुरु महाराज सच्चे पातशाह कहते वाहिगुरू दा दर्शन सफला है। दर्शन भी विद्वानां ने कई प्रकार के कथन किए। एक सरवण दर्शन, सरवण दर्शन है जिस तरह आप संगतां बाणी दी विचार सुन रहे हो, सुन सुन के वाहिगुरू दे लक्षण ਉਹਦੇ ਸਰੂਪ ਦਾ ਗਿਆਨ ਹੋ ਜਾਣਾ। ਜਿਵੇਂ ਇਤਿਹਾਸਕ ਸਥਾਨਾਂ ਤੇ ਇਸ ਸਥਾਨ ਤੇ ਵੀ ਨਿਤਾ ਪ੍ਰਤੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਹੁੰਦੀ ਹੈ, ਤੇ ਉਹ ਕਥਾ ਦੇ ਵਿੱਚ ਅਸੀਂ ਕਈ ਵਾਰ ਸੁਣਦੇ ਹਾਂ ਪ੍ਰਸੰਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਸ ਤਰ੍ਹਾਂ ਸਤਿਗੁਰੂ ਜੀ ਦੇ ਸਰੂਪ ਦਾ ਬਿਆਨ ਕਰਦੇ ਆ ਵੀ ਇਉਂ ਸਤਿਗੁਰੂ ਜੀ ਦਾ ਪ੍ਰਤੱਖ ਲੱਗਦਾ ਵੀ ਸਤਿਗੁਰੂ ਦੇ ਦਰਸ਼ਨ ਹੋ ਰਹੇ ਆ। ਸਰਵਣ ਦਰਸ਼ਨ ਦਾ ਜਦੋਂ ਜ਼ਿਕਰ ਪੜ੍ਹਦੇ ਆ ਭਾਈ ਮਨਸੁਖ ਸਾਹੂਕਾਰ ਤੋਂ ਸੰਗਲਾ ਦੇਵ ਜਿਹਨੂੰ ਅੱਜ ਕੱਲ੍ਹ ਸ੍ਰੀਲੰਕਾ ਕਹਿੰਦੇ ਆ, ਉੱਥੋਂ ਦਾ ਰਾਜਾ ਹੋਇਆ ਸਿਵਨਾਵ, ਉਹਨੇ ਸਤਿਗੁਰੂ ਜੀ ਦੇ ਬਾਬਤ ਸੁਣਿਆ ਤੇ ਸੁਣ ਕੇ ਸਤਿਗੁਰੂ ਮਹਾਰਾਜ ਦਾ ਧਿਆਨ ਧਰ ਲਿਆ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹਦੇ ਧਿਆਨ ਦੀ ਪ੍ਰਪੱਕਤਾ ਨੂੰ, ਸਰਧਾ ਨੂੰ, ਭਾਵਨਾ ਨੂੰ ਫਲ ਲਾਉਂਦੇ ਆ ਸੰਗਲਾ ਦੇਵ ਵਿੱਚ ਸ੍ਰੀਲੰਕਾ ਚੱਲ ਕੇ ਜਾ ਕੇ ਦਰਸ਼ਨ ਬਖਸ਼ੇ। ਇਹ ਸਰਵਣ ਦਰਸ਼ਨ ਦਾ ਮਹਾਤਮ ਹੈ। ਆਪ ਸੰਗਤਾਂ ਜਿਸ ਤਰ੍ਹਾਂ ਰੋਜ਼ ਬਾਣੀ ਸੁਣਦੇ ਹੋ, ਕੀਰਤਨ ਸੁਣਦੇ ਹੋ, ਕਥਾ ਵਿਚਾਰ ਸੁਣਦੇ ਹੋ, ਇਹ ਸਰਵਣ ਦਾ ਮਹਾਤਮ ਹੈ। ਦੂਸਰਾ ਜਿਹੜਾ ਹੈ ਚਿੱਤਰ ਦਰਸ਼ਨ, ਕੋਈ ਚਿੱਤਰ ਬਣਾ ਲੈਣਾ, ਜਿਵੇਂ ਅੱਜ ਕੱਲ੍ਹ ਸਤਿਗੁਰਾਂ ਦੇ ਚਿੱਤਰ ਮਿਲਦੇ ਆ, ਪਰ ਗੁਰਮਤਿ ਵਿੱਚ ਸਤਿਗੁਰੂ ਜੀ ਦੇ ਚਿੱਤਰ ਨੂੰ ਕੋਈ ਮਹਾਨਤਾ ਨਹੀਂ, ਕਿਉਂਕਿ ਸਤਿਗੁਰੂ ਦਾ ਚਿੱਤਰ ਬਣ ਨਹੀਂ ਸਕਦਾ। ਸਤਿਗੁਰੂ ਦਾ ਕੋਈ ਅਸਲ ਚਿੱਤਰ ਸਾਨੂੰ ਪ੍ਰਾਪਤ ਨਹੀਂ ਹੈ। ਹਾਂ ਸ਼ਹੀਦਾਂ ਸਿੰਘਾਂ ਦੇ ਚਿੱਤਰ ਘਰਾਂ ਦੇ ਵਿੱਚ ਗੁਰਸਿੱਖ ਲਾਉਂਦੇ ਆ, ਪਰ ਚਿੱਤਰ ਨੂੰ ਸਤਿਗੁਰੂ ਜੀ ਨੇ ਗੁਰਮਤਿ ਵਿੱਚ ਮਹਾਨਤਾ ਨਹੀਂ ਦਿੱਤੀ, ਕਿਉਂਕਿ ਪਾਖਾਨ ਗੜ ਕੈ ਮੂਰਤ ਕੀਨੀ ਦੇ ਕੈ ਛਾਤੀ ਪਾਓ, ਜੇ ਉਹ ਮੂਰਤ ਸਾਚੀ ਹੈ ਤਾਂ ਗੜਨ ਹਾਰੇ ਖਾਓ। ਮਹਾਰਾਜ ਕਹਿੰਦੇ ਜੇ ਮੂਰਤ ਸੱਚੀ ਹੈ ਤਾਂ ਫਿਰ ਜਦੋਂ ਮੂਰਤ ਨੂੰ ਘੜਨ ਵਾਲੇ ਨੇ ਪੱਥਰ ਨੂੰ ਘੜਿਆ, ਉਹਦੀ ਛਾਤੀ ਤੇ ਪੈਰ ਰੱਖ ਕੇ ਉਹਨੂੰ ਘੜਿਆ, ਤੇ ਫਿਰ ਉਹ ਮੂਰਤ ਨੇ ਉਹਦਾ ਨੁਕਸਾਨ ਕਿਉਂ ਨਾ ਕੀਤਾ, ਉਹਨੂੰ ਸ਼ਰਾਪ ਕਿਉਂ ਨਾ ਦਿੱਤਾ, ਉਹਨੂੰ ਭਸਮ ਕਿਉਂ ਨਾ ਕੀਤਾ, ਜਿਹਨੂੰ ਮੂਰਤ ਨੂੰ ਘੜਿਆ। ਇਹ ਮੂਰਤ ਸੱਚੀ ਨੇ, ਵਾਹਿਗੁਰੂ ਦਾ ਸਰੂਪ ਨਿਰਾਕਾਰ ਹੈ। ਤੀਸਰਾ ਸੁਪਨ ਦਰਸ਼ਨ ਕਿਹਾ ਵਿਦਵਾਨਾਂ ਨੇ, ਜਿਵੇਂ ਭਾਈ ਗੁਰਦਾਸ ਜੀ ਨੂੰ ਜਿਸ ਵੇਲੇ ਪ੍ਰਚਾਰ ਕਰਦਿਆਂ ਹੋਇਆਂ ਕੰਸੀ ਦੇ ਅੰਦਰ ਸੁਪਨਾ ਆਇਆ, ਤੇ ਸੁਪਨੇ ਵਿੱਚ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੇਰੇ ਪੀਰ ਦੇ ਮਾਲਕ ਦੇ ਦਰਸ਼ਨ ਹੋਏ। ਭਾਈ ਸਾਹਿਬ ਨੇ ਕਵਿਤ ਉਚਾਰਿਆ, ਦਰਸ਼ਨ ਦੇਖ ਤੇ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ।
ਗੁਰਮੁਖਾਂ ਨੂੰ, ਅਭਿਆਸੀਆਂ ਨੂੰ, ਮਹਾਂਪੁਰਖਾਂ ਨੂੰ ਸੁਪਨੇ ਵਿੱਚ ਵੀ ਗੁਰਮੁਖਾਂ ਦੇ, ਮਹਾਂਪੁਰਖਾਂ ਦੇ, ਸ਼ਹੀਦਾਂ ਸਿੰਘਾਂ ਦੇ, ਸਤਿਗੁਰਾਂ ਦੇ ਦਰਸ਼ਨ ਹੁੰਦੇ ਆ। ਇਹ ਇਤਿਹਾਸ ਵਿੱਚ ਵੀ ਜ਼ਿਕਰ ਮਿਲਦੇ ਆ। ਚੌਥਾ ਹੈ ਪ੍ਰਤੱਖ ਦਰਸ਼ਨ। ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਕਰਨੇ, ਪਰ ਭਾਵਨਾ ਤੋਂ ਬਿਨਾ ਦਰਸ਼ਨਾਂ ਦਾ ਵੀ ਕੋਈ ਲਾਭ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਕਰਦੇ ਉਹਨਾਂ ਚਿਰ ਵੇਖਣ ਦਾ ਵੀ ਕੋਈ ਫਾਇਦਾ ਨਹੀਂ। ਹੁਣ ਵੇਖਦੇ ਹਾਂ ਅਸੀਂ ਸਤਿਗੁਰਾਂ ਦੀ ਹਜ਼ੂਰੀ 'ਚ ਵੀ ਹੁੱਲੜਬਾਜ਼ੀਆਂ ਹੁੰਦੀਆਂ ਨੇ, ਦੇਸਾਂ ਵਿਦੇਸਾਂ ਦੀਆਂ ਧਰਤੀਆਂ 'ਚ ਵੇਖਦੇ ਹਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ। ਅਸੀਂ ਰੋਜ਼ ਅਰਦਾਸ ਤੋਂ ਬਾਅਦ ਪੜ੍ਹਦੇ ਹਾਂ, ਆਗਿਆ ਭਈ ਅਕਾਲ ਕੀ ਤਵੈ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਮੰਨਣਾ ਕਿਵੇਂ ਉਹ ਵੀ ਦੱਸ ਦਿੱਤਾ ਨਾਲ। ਮੰਨਣਾ ਕਿਵੇਂ ਆ? ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਕੀ ਅਸੀਂ ਮੰਨਦੇ ਹਾਂ ਵੀ ਪ੍ਰਗਟ ਗੁਰਾਂ ਕੀ ਦੇਹ ਦੀ ਹਜ਼ੂਰੀ 'ਚ ਬੈਠੇ ਆ? ਕਿੰਨੇ ਅਕਨੇ ਮਨ 'ਚ ਭਾਵਨਾ ਹੁੰਦੀ ਆ ਸਤਿਗੁਰੂ ਦੇ ਹਜ਼ੂਰੀ ਦੇ ਵਿੱਚ ਕਿਰਪਾਨਾਂ ਚੱਲਣੀਆਂ, ਸਤਿਗੁਰੂ ਦੇ ਹਜ਼ੂਰੀ ਦੇ ਵਿੱਚ ਲੜਾਈਆਂ ਹੋਣੀਆਂ, ਸਤਿਗੁਰੂ ਦੇ ਹਜ਼ੂਰੀ ਦੇ ਵਿੱਚ ਪੱਗਾਂ ਲੱਥਣੀਆਂ। ਇਹ ਕਿੱਧਰਲੀ ਸਿੱਖੀ ਆ? ਕਿੰਨੇ ਕੁ ਅਸੀਂ ਮੰਨਦੇ ਹਾਂ ਵੀ ਸਤਿਗੁਰੂ ਪ੍ਰਤੱਖ ਹੈ। ਅਸੀਂ ਕਹਿੰਦੇ ਹਾਂ ਵੀ ਸਤਿਗੁਰੂ ਪ੍ਰਗਟ ਗੁਰਾਂ ਕੀ ਦੇਹ ਆ, ਪਰ ਮੰਨਣ 'ਚ ਨਹੀਂ ਹੈ, ਕਮਾਈ 'ਚ ਨਹੀਂ ਇਹ ਬਚਨ ਆਇਆ। ਜਿਨ੍ਹਾਂ ਗੁਰਮੁਖਾਂ ਦੇ ਆਇਆ ਉਹ ਬੜਭਾਗੇ ਨੇ। ਜੇ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਪ੍ਰਤੱਖ ਮੰਨ ਲਈਏ ਵੀ ਪ੍ਰਤੱਖ ਸਤਿਗੁਰੂ ਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਬੈਠੇ ਹੈ, ਤਾਂ ਕੀ ਅਸੀਂ ਇਹੋ ਜਿਹਾ ਕੁਝ ਕਰਾਂਗੇ? ਇੱਕ ਸੰਸਾਰੀ ਜੱਜ ਦੀ ਕਚਹਿਰੀ ਦੇ ਵਿੱਚ ਡੀਪ ਸਾਇਲੈਂਟ ਹੁੰਦੇ ਆ। ਵੇਖੋ ਕਿੰਨੀ ਉਸ ਵੇਲੇ ਸ਼ਾਂਤੀ। ਕੋਈ ਸੰਸਾਰੀ ਰਾਜਾ ਮਹਾਰਾਜਾ ਮੰਤਰੀ ਆ ਜਾਵੇ, ਉਹਦੇ ਦਰਬਾਰ ਦੇ ਵਿੱਚ ਕਿੰਨੀ ਸ਼ਾਂਤੀ ਹੁੰਦੀ ਆ। ਪਰ ਜਿਹਨੂੰ ਅਸੀਂ ਕਹਿੰਦੇ ਆ ਸੋ ਪਾਤਸ਼ਾਹੋ ਸਾਹਾਂ ਪਾਤਸ਼ਾਹਿਬ, ਪਾਤਸ਼ਾਹਾਂ ਦਾ ਵੀ ਪਾਤਸ਼ਾਹ, ਉਹਦੇ ਦਰਬਾਰ ਦੇ ਵਿੱਚ ਐਸਾ ਕੁਝ ਆ। ਗੁਰਸੰਗਤ ਜੀ ਪ੍ਰਤੱਖ ਦਰਸ਼ਨ ਫੇਰ ਹੀ ਹੈ ਜੇ ਸਤਿਗੁਰੂ ਦੇ ਭਾਵਨਾ ਹੈ ਵੀ ਸਤਿਗੁਰੂ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਹੈ। ਸਤਿਗੁਰੂ ਮਹਾਰਾਜ ਕਹਿੰਦੇ ਸਫਲ ਮੂਰਤ ਦਰਸ਼ਨ ਬਲਿਹਾਰੇ। ਸਤਿਗੁਰੂ ਜੀ ਦੇ ਸਰੂਪ ਦੇ ਦਰਸ਼ਨ ਸਫਲੇ ਨੇ, ਸਹਿਤ ਫਲਦੇ ਨੇ। ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਧੰਨ ਮਾਤਾ ਸਾਹਿਬ ਦੇਵ ਕੌਰ, ਖਾਲਸੇ ਦੀ ਮਾਤਾ। ਜਿਸ ਵੇਲੇ ਅੰਮ੍ਰਿਤ ਛਕਦੇ ਆ ਪੰਜ ਪਿਆਰੇ ਸਾਹਿਬਾਨ ਗੁਰੂ ਰੂਪ ਹੋ ਕੇ ਬਚਨ ਕਰਦੇ ਆ, ਭਾਈ ਅੱਜ ਤੋਂ ਤੇਰੇ ਧਰਮ ਦੇ ਪਿਤਾ ਕਲੰਗੀਆਂ ਵਾਲੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਅੱਜ ਤੋਂ ਤੇਰੀ ਮਾਂ ਧਰਮ ਦੀ ਮਾਤਾ ਮਾਤਾ ਸਾਹਿਬ ਦੇਵ ਕੌਰ। ਜਿਸ ਵੇਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਹਜੂਰ ਸਾਹਿਬ ਦੀ ਧਰਤੀ ਨਾ ਦੇਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਆਪ ਸੱਚਖੰਡ ਪਿਆਨਾ ਕਰਨ ਦੀ ਤਿਆਰੀ ਕੀਤੀ। ਉਸ ਵੇਲੇ ਸਤਿਗੁਰੂ ਜੀ ਨੇ ਮਾਤਾ ਸਾਹਿਬ ਦੇਵ ਕੌਰ ਜੀ ਨੂੰ ਬਚਨ ਕੀਤੇ, ਸਾਹਿਬ ਦੇਵਾ ਤੁਸੀਂ ਆਪਣੀ ਭੈਣ ਮਾਤਾ ਸੁੰਦਰੀ ਜੀ ਦੇ ਕੋਲ ਦਿੱਲੀ ਚਲੇ ਜਾਓ। ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਕਿਹਾ ਵੀ ਤੁਸੀਂ ਆਪਣੀ ਮਾਤਾ ਨੂੰ ਨਾਲ ਲੈ ਜਾਓ। ਮਾਤਾ ਜੀ ਨੇਤਰਾਂ 'ਚੋਂ ਜਲ ਵਹਾਉਣ ਲੱਗ ਪਏ। ਸਤਿਗੁਰਾਂ ਨੇ ਕਾਰਨ ਪੁੱਛਿਆ ਤਾਂ ਉਸ ਵੇਲੇ ਮਾਤਾ ਜੀ ਕਹਿਣ ਲੱਗੇ ਸਤਿਗੁਰੂ ਜੀ ਮੇਰਾ ਨਿਯਮ ਹੈ, ਮੈਂ ਆਪ ਜੀ ਦੇ ਪ੍ਰਤੱਖ ਦਰਸ਼ਨ ਕੀਤੇ ਤੋਂ ਬਿਨਾ ਅੰਨ ਜਲ ਨਹੀਂ ਗ੍ਰਹਿਣ ਕਰਦੀ, ਭੋਜਨ ਨਹੀਂ ਸਕਦੀ। ਆਪ ਜੀ ਦੇ ਦਿੱਲੀ 'ਚ ਦਰਸ਼ਨ ਨਹੀਂ ਹੋਣੇ, ਮੈਂ ਕੁਝ ਛਕਣਾ ਨਹੀਂ ਤੇ ਕੁਝ ਦਿਨਾਂ ਦੇ ਵਿੱਚ ਸਰੀਰ ਦਾ ਅੰਤ ਹੋ ਜਾਣਾ। ਇਸ ਲਈ ਸਤਿਗੁਰੂ ਮੈਨੂੰ ਆਪਣੇ ਚਰਨਾਂ 'ਚ ਹੀ ਰੱਖ ਲਓ, ਆਪਣੇ ਨਾਲ ਹੀ ਲੈ ਜਾਓ। ਸਤਿਗੁਰੂ ਜੀ ਤਰੁੱਠ ਕੇ ਆਪਣੇ ਅੰਗ ਦੇ ਸ਼ਸਤਰ ਬਖਸ਼ੇ, ਆਪਣੇ ਸ਼ਸਤਰ ਬਖਸ਼ ਕੇ ਹੁਕਮ ਕੀਤਾ ਸਾਹਿਬ ਦੇਵਾ ਇਹ ਸ਼ਸਤਰਾਂ ਨੂੰ ਸਤਕਾਰ ਨਾਲ ਬਸਤਰ ਨਾਲ ਢੱਕ ਕੇ ਇਸ਼ਨਾਨ ਕਰਕੇ ਜਪਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕਰਨੀ। ਜਦੋਂ ਇਹਨਾਂ ਤੋਂ ਬਸਤਰ ਚੁੱਕੋਗੇ ਮੇਰੇ ਸ਼ਸਤਰਾਂ 'ਚੋਂ ਮੇਰੇ ਦਰਸ਼ਨ ਹੋਣਗੇ। ਕਿਉਂਕਿ ਬਾਣੀ ਦੇ ਬਚਨ ਨੇ, ਦਸਮ ਪਾਤਸ਼ਾਹ ਦੇ ਬਚਨ ਨੇ, ਜਿਤੇ ਸ਼ਸਤਰ ਨਾਮੰ ਤਿਤੇ ਨਮਸਕਾਰੰ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਿੰਨੇ ਵੀ ਸ਼ਸਤਰ ਨੇ ਉਹਨਾਂ ਨੂੰ ਸਾਡੀ ਨਮਸਕਾਰ ਹੈ। ਅਸ ਕਿਰਪਾਨ ਖੰਡੋ ਖੜਗ ਤੁਪਕ ਤਵਰੇ ਅਰ ਤੀਰ ਸਾਹਿਬ ਸਰੋਹੀ ਸਹਿਥੀ ਯਹ ਹਮਾਰੇ ਪੀਰ। ਸਿੱਖ ਨੂੰ ਹੁਕਮ ਹੈ ਸ਼ਸਤਰ ਦਾ ਸਤਿਕਾਰ ਕਰਨਾ। ਗੁਰੂ ਸਾਹਿਬ ਨੇ ਇਹਨਾਂ ਨੂੰ ਆਪਣੇ ਪੀਰ ਕਿਹਾ। ਮਾਤਾ ਜੀ ਨੂੰ ਫਿਰ ਜਿੰਨਾ ਚਿਰ ਵੀ ਸਰੀਰ ਰਿਹਾ
ਧੰਨ ਮਾਤਾ ਸਾਹਿਬ ਦੇਵ ਕੌਰ ਜੀ ਦਿੱਲੀ ਦੇ ਅੰਦਰ ਸਤਿਗੁਰੂ ਜੀ ਦੇ ਸ਼ਸਤਰਾਂ ਚੋਂ ਸਤਿਗੁਰੂ ਦੇ ਬਚਨਾਂ ਅਨੁਸਾਰ ਕਲੰਗੀਆਂ ਵਾਲੇ ਦੇ ਪ੍ਰਤੱਖ ਦਰਸ਼ਨ ਕਰਦੇ ਰਹੇ। ਸਤਿਗੁਰੂ ਦੇ ਦਰਸ਼ਨ ਸਫਲੇ ਨੇ। ਜੇ ਕੋਈ ਇੱਛਾ ਰੱਖ ਕੇ ਵੀ ਦਰਸ਼ਨ ਕਰਦਾ ਉਹ ਵੀ ਇੱਛਾ ਪੂਰੀ ਹੁੰਦੀ ਹੈ। ਸਿੱਖ ਇਤਿਹਾਸ ਗਵਾਹ ਹੈ, ਇਸੇ ਸਥਾਨ ਦਾ ਇਤਿਹਾਸ ਹੈ। ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਦੀ ਹਜ਼ੂਰੀ 'ਚ ਮਾਲਵੇ ਦੀ ਧਰਤੀ ਤੋਂ ਬਠਿੰਡੇ ਇਲਾਕੇ ਚੋਂ ਭੁੱਚੋ ਦਾ ਰਹਿਣ ਵਾਲਾ ਸਿੱਖ ਭਾਈ ਆਦਮ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਆਇਆ ਸੀ। ਜੀਵਨ ਵਿੱਚ ਜ਼ਿਕਰ ਹੈ ਵੀ ਸਭ ਕੁਝ ਸੀ, ਜ਼ਮੀਨ ਜਾਇਦਾਦ ਸੀ, ਬੜਾ ਧਨ ਸੀ, ਪਰ ਪੁੱਤਰ ਨਹੀਂ ਸੀ, ਔਲਾਦ ਨਹੀਂ ਸੀ। ਬੜੇ ਪੀਰ ਖੀਰ ਮਨਾਏ, ਬੜੇ ਟੂਣੇ ਟਾਮਣ ਕੀਤੇ, ਬੜਾ ਕੁਝ ਕੀਤਾ। ਇੱਕ ਦਿਨ ਇੱਕ ਗੁਰਸਿੱਖ ਦਾ ਮਿਲਾਪ ਹੋਇਆ। ਇਤਿਹਾਸ 'ਚ ਗੁਰਸਿੱਖ ਦਾ ਨਾਮ ਵੀ ਭਾਈ ਗੁਰਦਾਸ ਜੀ ਲਿਖਿਆ। ਉਹਨਾਂ ਨੂੰ ਪ੍ਰਸ਼ਾਦਾ ਛਕਾਇਆ, ਉਹਨਾਂ ਨੇ ਕਾਰਨ ਪੁੱਛਿਆ ਉਦਾਸੀ ਦਾ, ਤਾਂ ਉਹਨਾਂ ਨੇ ਦੱਸਿਆ ਵੀ ਘਰ ਵਿੱਚ ਸਭ ਕੁਝ ਆ ਪਰ ਔਲਾਦ ਨਹੀਂ ਹੈ। ਤਾਂ ਸਿੱਖ ਨੇ ਰਸਤਾ ਦੱਸਿਆ ਵੀ ਧੰਨ ਸੋਢੀ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦੇ ਦਰਬਾਰ 'ਚ ਜਾਓ, ਸਤਿਗੁਰੂ ਜੀ ਦੇ ਦਰਸ਼ਨ ਸਫਲੇ ਨੇ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ 'ਚ ਆਏ, ਸੇਵਾ ਕਰਨੀ ਆਰੰਭ ਕੀਤੀ। ਮੈਂ ਵਿਚਾਰ ਸੂਖਮ ਕਰਾਂ, ਰੋਜ਼ਾਨਾ ਜੰਗਲ 'ਚੋਂ 2 ਭਰੀਆਂ ਲੱਕੜਾਂ ਲੈ ਕੇ ਆਉਂਦੇ। ਇੱਕ ਭਰੀ ਲੱਕੜ ਦੇ ਲੰਗਰ ਦੇ ਵਿੱਚ ਤੇ ਇੱਕ ਆਪਣੇ ਕੋਲ ਜਮ੍ਹਾਂ ਕਰ ਲੈਂਦੇ। 6 ਮਹੀਨੇ ਹੋ ਗਏ ਨੇ ਸੇਵਾ ਕਰਦਿਆਂ ਨੂੰ। ਇੱਕ ਦਿਨ ਬਰਸਾਤ ਦੀ ਰੁੱਤ ਹੈ, ਠੰਡ ਪੈ ਰਹੀ ਹੈ। ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਚਨ ਕੀਤਾ, ਅੱਜ ਕੋਈ ਗੁਰਸਿੱਖ ਮੇਰੀਆਂ ਸੰਗਤਾਂ ਦੀ ਠੰਡ ਨਿਵਰਤ ਕਰੇ, ਸੰਗਤਾਂ ਦੀ ਸੇਵਾ ਕਰੇ, ਉਹਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਭਾਈ ਆਦਮ ਨੇ ਜਿਹੜੀਆਂ ਭਰੀਆਂ ਰੋਜ਼ ਜਮ੍ਹਾਂ ਕਰਦਾ ਸੀ, ਇੱਕ ਇੱਕ ਕਰਕੇ ਉਹ ਭਰੀਆਂ ਲਿਆ ਕੇ ਗੁਰਸਿੱਖਾਂ ਦੇ ਆਸਨਾਂ ਤੇ ਡੇਰਿਆਂ ਤੇ ਬਾਲ ਦਿੱਤੀਆਂ। ਗੁਰਸਿੱਖਾਂ ਨੇ ਬਸਤਰ ਸੁਕਾਏ, ਅੱਗ ਸੇਕੀ, ਸੁੱਖ ਲਿਆ, ਅਸੀਸਾਂ ਦਿੱਤੀਆਂ। ਸਤਿਗੁਰੂ ਰਾਤ ਨੂੰ ਵੇਖਦੇ ਰਹੇ ਵੀ ਗੁਰਸਿੱਖਾਂ ਦੇ ਡੇਰਿਆਂ 'ਚ ਅੱਗ ਬਲ ਰਹੀ ਹੈ, ਗੁਰਸਿੱਖ ਸੇਕ ਕੇ ਸੁੱਖ ਲੈ ਰਹੇ ਆ। ਦੂਸਰੇ ਦਿਨ ਸੰਗਤ ਵਿੱਚ ਇਸੇ ਸਥਾਨ ਤੇ ਸਤਿਗੁਰੂ ਮਹਾਰਾਜ ਨੇ ਦੀਵਾਨ ਸਜਿਆ ਹੋਇਆ ਹੈ। ਭਾਈ ਆਦਮ ਨੂੰ ਬੁਲਾਇਆ, ਕਿਹਾ ਭਾਈ ਆਦਮ ਮੰਗ ਕੀ ਮੰਗਦਾ ਹੈ? ਉਸ ਵੇਲੇ 70 ਸਾਲ ਦੀ ਉਮਰ ਸੀ। ਸੰਗ ਗਏ ਸੰਗਤ ਦੇ ਵਿੱਚ ਵੀ ਸੰਗਤ ਕੀ ਕਵੇਗੀ, ਇਸ ਉਮਰ 'ਚ ਪੁੱਤਰ ਮੰਗਦਾ ਹੈ। ਸੰਗਦਿਆਂ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਮੁਕਤੀ ਬਖਸ਼ੋ। ਮਹਾਰਾਜ ਕਹਿੰਦੇ ਭਾਈ ਜਿਹੜੀ ਇੱਛਾ ਲੈ ਕੇ ਆਇਆ ਗੁਰੂ ਨਾਨਕ ਦਾ ਦਰ ਉਹ ਵੀ ਪੂਰੀ ਕਰੇਗਾ, ਮੁਕਤੀ ਵੀ ਮਿਲੇਗੀ। ਇਤਿਹਾਸ ਕਹਿੰਦਾ ਦੂਸਰੇ ਦਿਨ ਫੇਰ ਮੌਕਾ ਦਿੱਤਾ, ਦੂਸਰੇ ਦਿਨ ਫੇਰ ਵੀ ਸੰਗ ਗਏ। ਤੀਸਰੇ ਦਿਨ ਘਰਵਾਲੀ ਨੇ ਨਾਲ ਆ ਕੇ ਬੇਨਤੀ ਕੀਤੀ, ਮਹਾਰਾਜ ਅਸੀਂ ਪੁੱਤਰ ਦੀ ਇੱਛਾ ਲੈ ਕੇ ਸੇਵਾ ਕੀਤੀ ਹੈ, ਦਰਸ਼ਨ ਕੀਤੇ ਹੈ। ਸਤਿਗੁਰੂ ਜੀ ਕਹਿੰਦੇ ਉਸ ਵੇਲੇ 1.5 ਘੰਟਾ ਨੇਤਰ ਬੰਦ ਕਰਕੇ ਬੈਠੇ ਰਹੇ। ਗੁਰਪ੍ਰਤਾਪ ਦੇ ਵਿੱਚ ਜ਼ਿਕਰ ਹੈ, ਸੰਗਤਾਂ ਹੈਰਾਨ ਨੇ, 1.5 ਘੰਟਾ ਸਤਿਗੁਰੂ ਜੀ ਨੇ ਨੇਤਰ ਨਹੀਂ ਖੋਲੇ, ਨਾ ਰਸਨਾ ਤੋਂ ਬਚਨ ਕੀਤਾ। ਮਹਾਰਾਜ ਕਹਿਣ ਲੱਗੇ, ਭਾਈ ਆਦਮ ਤੇਰੇ ਇਸ ਜਨਮ ਵਿੱਚ ਵੀ ਪਿਛਲੇ ਜਨਮਾਂ 'ਚ ਵੀ ਪੁੱਤਰ ਨਹੀਂ, ਪਰ ਤੂੰ ਗੁਰੂ ਨਾਨਕ ਦੇ ਦਰਬਾਰ ਦੀ ਸੇਵਾ ਕੀਤੀ ਹੈ, ਤੈਨੂੰ ਗੁਰੂ ਨਾਨਕ ਦੇ ਖਜ਼ਾਨੇ ਵਿੱਚੋਂ ਅਸੀਂ ਪੁੱਤਰ ਬਖਸ਼ਾਂਗੇ। ਤੂੰ ਭਗਤੀ ਕੀਤੀ ਹੈ, ਸੇਵਾ ਕੀਤੀ ਹੈ, ਸਤਿਗੁਰੂ ਦੇ ਦਰਸ਼ਨ ਕੀਤੇ ਹੈ, ਸਭ ਕੁਝ ਸਫਲ ਹੈ, ਸਹਿਤ ਫਲਦੇ ਹੈ, ਤੈਨੂੰ ਭਗਤੀ ਦੀ ਅੰਸ਼ ਵਿੱਚੋਂ ਪੁੱਤਰ ਬਖਸ਼ ਰਹੇ ਆ, ਨਾਮ ਰੱਖੀ ਭਾਈ ਭਗਤੂ। ਭਾਈ ਆਦਮ ਦੇ ਘਰ ਭਾਈ ਭਗਤੂ ਪੁੱਤਰ ਹੋਇਆ। ਮਹਾਰਾਜ ਨੇ ਵਰ ਦਿੱਤੇ ਸੀ, ਬੜਾ ਪ੍ਰਤਾਪੀ ਹੋਏਗਾ, ਬੜਾ ਵਰ ਦੇਣ ਵਾਲਾ ਹੋਵੇਗਾ। ਉਸ ਵੇਲੇ ਇਤਿਹਾਸ ਦੇ ਵਿੱਚ ਬੋਲਨੇ ਕਹਿੰਦੇ ਭਾਈ ਆਦਮ ਨੇ ਬੇਨਤੀ ਕੀਤੀ, ਮਹਾਰਾਜ ਜੇ ਕਿਰਪਾ ਕਰਕੇ ਭਜਨ ਕਰਨ ਲੱਗੇ ਹੋ ਤਾਂ ਕਿਰਪਾ ਕਰੋ ਮੇਰੀ ਸਾਰੀ ਬੰਸ ਮੇਰਾ ਪੁੱਤਰ ਸਿੱਖ ਹੋਵੇ। ਅੱਜ ਅਸੀਂ ਮੰਗਦੇ ਹਾਂ ਮਹਾਰਾਜ ਮੇਰਾ ਪੁੱਤਰ ਡਾਕਟਰ ਹੋਵੇ, ਇੰਜੀਨੀਅਰ ਹੋਵੇ, ਮੇਰਾ ਪੁੱਤਰ ਜੱਜ ਬਣੇ, ਮੇਰਾ ਪੁੱਤਰ ਆ ਹੋਵੇ ਜੀ, ਆ ਹੋਵੇ ਜੀ। ਕੋਈ ਬਿਰਲੇ ਭਾਗਾਂ ਵਾਲੇ ਨੇ ਜਿਹੜੇ ਕਹਿੰਦੇ ਆ ਮਹਾਰਾਜ ਪਰਿਵਾਰ 'ਚ ਸਿੱਖੀ ਬਖਸ਼ੋ। ਕਈ ਕਹਿਣਗੇ ਜੀ ਮੇਰੇ ਪੁੱਤਰ ਨੂੰ ਅਰਦਾਸ ਕਰੋ ਨਸ਼ਾ ਛੱਡ ਜਾਵੇ, ਬਾਣੀ ਪੜ੍ਹਨ ਲੱਗ ਜਾਵੇ, ਮੇਰਾ ਪੁੱਤਰ ਗੁਰੂ ਦਾ ਸਿੱਖ ਬਣ ਜਾਵੇ, ਕਿਉਂਕਿ ਮਨ 'ਚ ਡਰ ਆ ਵੀ ਕਿਤੇ ਜੇ ਅੰਮ੍ਰਿਤ ਨਾ ਛਕਿਆ ਤਾਂ ਨਸ਼ੇ ਨਾ ਕਰਨ ਲੱਗ ਜਾਵੇ। ਉਦੋਂ ਵੇਖੀਦਾ ਆਪਣੇ ਕੇਸ ਕੱਟੇ ਹੁੰਦੇ ਆ। ਜੇ ਕੋਈ ਮਾਈ ਭਾਈ ਅਰਦਾਸ ਕਰਾਉਂਦਾ ਹੈ
ਤਾਂ ਕਹਿਣਗੇ ਜੀ ਪੁੱਤਰ ਬਾਣੀ ਬਣਨ ਲੱਗ ਜਾਵੇ, ਬੱਚੇ ਬਾਣੀ ਬਣਨ ਲੱਗ ਜਾਣ, ਬੱਚੇ ਸੰਗਤ ਕਰਨ ਲੱਗ ਜਾਣ। ਭਾਈ ਤੂੰ ਆਪ ਕਿੰਨੀ ਕੁ ਸੰਗਤ ਕਰਦਾ ਹੈ, ਆਪ ਕਿੰਨੀ ਕੁ ਬਾਣੀ ਪੜ੍ਹਦਾ ਹੈ, ਆਪ ਕੇਸ ਰੱਖੇ ਹੋਏ ਆ? ਕਿਉਂਕਿ ਸਭ ਤੋਂ ਪਹਿਲੀ ਰਹਿਤ ਤਾਂ ਕੇਸ ਹੈ ਨਾ, ਕੇਸ ਗੁਰੂ ਦੀ ਮੋਹਰ ਹੈ। ਪੰਜਾਂ ਕੱਕਿਆਂ 'ਚ ਵੀ ਕੇਸ ਸਭ ਤੋਂ ਪਹਿਲਾਂ ਨੇ, ਤੇ ਬੱਜਰ ਕਰਹਿਤਾਂ 'ਚ ਵੀ ਸਭ ਤੋਂ ਪਹਿਲਾਂ ਕੇਸ। ਕਿ ਤੂੰ ਆਪ ਕੇਸ ਰੱਖੇ ਹੋਏ ਨੇ? ਉਸ ਵੇਲੇ ਭਾਈ ਆਦਮ ਨੇ ਮੰਗਿਆ, ਮਹਾਰਾਜ ਸੱਚੇ ਪਾਤਸ਼ਾਹ ਕਰੋ ਬਚਨ, ਜੇ ਹੋਏ ਪੁੱਤਰ ਹਮਾਰੇ ਤਾਂ ਕਿਰਪਾ ਕਰਕੇ ਬਚਨ ਕਰੋ, ਮੇਰੇ ਸਾਰੇ ਵੰਸ਼ ਦੇ ਵਿੱਚ ਤੁਹਾਡੀ ਸਿੱਖੀ ਹੋਵੇ। ਤਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਧੰਨ ਗੁਰੂ ਰਾਮਦਾਸ ਜੀ ਦੇ ਬਰ ਬਚਨਾਂ ਨਾਲ ਭਾਈ ਭਗਤੂ ਆਪ ਜਿੱਥੇ ਮਹਾਨ ਸਿੱਖ ਹੋਇਆ, ਮਾਲਵੇ ਦੀ ਧਰਤੀ ਤੇ ਮਹਾਨ ਸਿੱਖੀ ਦਾ ਪ੍ਰਚਾਰ ਕੀਤਾ, ਉਹਨਾਂ ਦੇ ਵੰਸ਼ ਅੰਸ਼ ਦੇ ਵਿੱਚੋਂ ਵੀ ਅੱਗੇ ਮਹਾਨ ਸਿੱਖ ਹੋਏ। ਕੈਂਥਲ ਦਾ ਜਿਹੜਾ ਰਾਜਾ ਹੋਇਆ ਉਹ ਵੀ ਗੁਰਸੰਗਤ ਜੇ ਭਾਈ ਆਦਮ ਦੀ, ਭਾਈ ਭਗਤੂ ਦੀ ਵੰਸ਼ ਵਿੱਚੋਂ ਸੀ, ਜਿੱਥੇ ਰਹਿ ਕੇ ਕੈਂਥਲ ਦੇ ਵਿੱਚ ਅੱਜ ਵੀ ਉਹ ਹਵੇਲੀ ਹੈ ਜਿੱਥੇ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਦੀ ਰਚਨਾ ਚੂੜਾਮਣੀ ਕਵੀ ਭਾਈ ਸੰਤੋਖ ਸਿੰਘ ਜੀ ਨੇ ਕੀਤੀ। ਸਤਿਗੁਰੂ ਦੇ ਦਰਸ਼ਨ ਸਫਲੇ ਨੇ। ਮਾਲਕ ਕਹਿੰਦੇ ਸਫਲ ਮੂਰਤ ਦਰਸ਼ਨ ਬਲਿਹਾਰੇ। ਭਾਈ ਸਤਿਗੁਰੂ ਜੀ ਦਾ ਜਦੋਂ ਰਸਨਾ ਨਾਲ ਨਾਮ ਜਪ ਕੇ ਹਿਰਦੇ 'ਚ ਧਿਆਨ ਧਰਦੇ ਆ, ਦਰਸ਼ਨ ਸਹਿਤ ਫਲਦੇ ਨੇ। ਐਸੇ ਦਰਸ਼ਨਾਂ ਤੋਂ ਬਲਿਹਾਰ ਜਾਂਦੇ ਹਾਂ। ਚਰਨ ਕਮਲ ਮਨ ਪ੍ਰਾਣ ਆਧਾਰੀ। ਮਨ ਦਾ ਤੇ ਪ੍ਰਾਣਾ ਦਾ ਆਧਾਰ ਆਸਰਾ ਇਹ ਵਾਹਿਗੁਰੂ ਦੇ ਸ਼ਬਦ ਰੂਪੀ ਚਰਨਾਂ ਨੂੰ ਬਣਾ। ਐਸੀ ਅਵਸਥਾ ਬਣਾ ਆਖਾਂ ਜੀਵਾਂ ਬਿਸਰੈ ਮਰ ਜਾਓ। ਵਾਹਿਗੁਰੂ ਦਾ ਨਾਮ ਵਿਸਰੇ ਤੇ ਆਤਮਿਕ ਮੌਤ ਭਾਸੇ। ਇਉਂ ਲੱਗੇ ਵੀ ਅੱਜ ਜੀਵਨ ਦੇ ਵਿੱਚ ਵੱਡਾ ਘਾਟਾ ਪੈ ਗਿਆ। ਸਤਿਗੁਰੂ ਜੀ ਕਹਿੰਦੇ ਭਾਈ ਚਰਨ ਕਮਲ ਮਨ ਪ੍ਰਾਣ ਆਧਾਰੇ। ਆਪਣੇ ਮਨ ਅਤੇ ਪ੍ਰਾਣਾ ਦਾ ਆਸਰਾ ਚਰਨਾਂ ਕਮਲਾਂ ਨੂੰ ਸ਼ਬਦ ਨੂੰ ਬਣਾ। ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ, ਸਾਧ ਸੰਗ ਜਨਮ ਮਰਨ ਨਿਵਾਰੀ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਨਾਮ ਜਪ ਕੇ ਇਕੱਲੇ ਨਹੀਂ ਰਹਿਣਾ, ਸੰਗਤ ਵਿੱਚ ਰਹਿਣਾ ਹੈ। ਕਿਉਂਕਿ ਸੰਗਤ ਦੇ ਵਿੱਚ ਇੱਕ ਦੋ ਇੱਕ ਚੜ੍ਹਾਉਂਦੀਆਂ, ਕੌਣ ਜਾਣਾ ਮੇਰਾ ਨਾਉ ਜੀਓ। ਇਕੱਲੇ ਨੂੰ ਤਾਂ ਹਉਮੈ ਆ ਜਾਊ, ਮੇਰੇ ਜਿੰਨੀ ਕੋਈ ਬਾਣੀ ਨਹੀਂ ਪੜ੍ਹਦਾ, ਮੇਰੇ ਜਿੰਨਾ ਕੋਈ ਅੰਮ੍ਰਿਤ ਵੇਲੇ ਨਹੀਂ ਉੱਠਦਾ, ਮੇਰੇ ਜਿੰਨੀ ਕੋਈ ਸੇਵਾ ਨਹੀਂ ਕਰਦਾ, ਮੇਰੇ ਜਿੰਨਾ ਕੋਈ ਨਾਮ ਨਹੀਂ ਜਪਦਾ। ਪਰ ਜਦੋਂ ਸੰਗਤ ਵਿੱਚ ਆਉਣੇ ਆ, ਇੱਥੇ ਇੱਕ ਦੋ ਇੱਕ ਚੜ੍ਹਾਉਂਦੇ ਆ। ਵੱਡੀ ਤੋਂ ਵੱਡੀ ਅਵਸਥਾ ਵਾਲੇ ਗੁਰਸਿੱਖਾਂ ਦੇ ਦਰਸ਼ਨ ਮਿਲਾਪ ਹੁੰਦੇ ਆ। ਇੱਥੇ ਆ ਕੇ ਹੰਕਾਰ ਨਿਵਰਤ ਹੁੰਦਾ ਹੈ। ਤਾਈਓ ਮਹਾਰਾਜ ਨੇ ਕਿਹਾ, ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਸੰਗਤ ਬਿਨਾਂ ਨਹੀਂ ਪਾਰ ਉਤਾਰਾ। ਸਤਿਗੁਰੂ ਜੀ ਕਹਿੰਦੇ ਭਾਈ ਇਸ ਲਈ ਸਾਧ ਸੰਗ ਜਨਮ ਮਰਨ ਵਾਰੀ। ਪ੍ਰਭੂ ਦੀ ਜਿਹੜੀ ਸੰਗਤ ਹੈ ਜੰਮਣ ਮਰਨ ਮੇਟ ਦਿੰਦੇ ਹੈ। ਅੰਮ੍ਰਿਤ ਕਥਾ ਸੁਣ ਕਰਨ ਆਧਾਰੀ। ਸੰਗਤ ਵਿੱਚ ਕੀ ਕਰਨਾ? ਵਾਹਿਗੁਰੂ ਦੀ ਅੰਮ੍ਰਿਤ ਰੂਪੀ ਕਥਾ ਸੁਣ। ਕੀਰਤਨ ਰੂਪ ਚ, ਕਥਨ ਰੂਪ ਚ, ਕਥਾ ਰੂਪ ਚ। ਅਸਲ ਚ ਸੰਗਤ ਕੀ ਹੈ? ਸਤ ਸੰਗਤ ਕੈਸੀ ਜਾਣੀ ਹੈ, ਜਿੱਥਾ ਏਕੋ ਨਾਮ ਬਖਾਣੀ ਹੈ। ਇਹ ਨਹੀਂ ਵੀ ਕਥਾ ਦੇ ਵਿੱਚ ਇੱਕ ਦੂਜੇ ਦਾ ਨਾਂ ਲੈ ਕੇ ਨਿੰਦਿਆ ਕਰੀ ਜਾਣੀ, ਇਹ ਕੋਈ ਕਥਾ ਨਹੀਂ ਹੈ। ਇੱਕ ਦੂਜੇ ਨੂੰ ਭੰਡੀ ਜਾਣਾ। ਅੱਜ ਕੱਲ ਕਥਾ ਦੇ ਵਿੱਚ ਬਹੁਤ ਹੀ ਨਿੰਦਿਆ ਹੀ ਚੱਲ ਪਈ। ਅਸਲ ਕਥਾ ਹੈ ਸ਼ਬਦ ਦੀ ਵਿਚਾਰ, ਸ਼ਬਦਾਂ ਦੇ ਅਰਥਾਂ ਦੇ ਵਿਚਾਰ, ਸ਼ਬਦ ਤੇ ਕੇਂਦਰਿਤ ਰਹਿਣਾ, ਸ਼ਬਦ ਦੇ ਪ੍ਰਕਰਣ ਵਿੱਚ ਰਹਿਣਾ। ਗੁਰਬਾਣੀ ਦੇ ਪ੍ਰਮਾਣ, ਭਾਈ ਗੁਰਦਾਸ ਜੀ ਦੇ ਪ੍ਰਮਾਣ, ਇਤਿਹਾਸਕ ਗ੍ਰੰਥਾਂ ਦੇ ਪ੍ਰਮਾਣ, ਇਤਿਹਾਸਕ ਸਤਿਗੁਰੂ ਜੀ ਦੇ ਜੀਵਨਾਂ ਦੇ ਪ੍ਰਮਾਣ, ਇਹਦੇ ਅੰਦਰ ਰਹਿ ਕੇ ਕਥਾ ਕਰਨੀ। ਇਹ ਨਹੀਂ ਵੀ ਸੰਸਾਰੀ ਗੱਲਾਂ ਕਰੀ ਜਾਣੀਆਂ। ਸੰਸਾਰੀ ਗੱਲਾਂ ਤਾਂ ਅਸੀਂ 24 ਘੰਟੇ ਕਰਦੇ ਹਾਂ। ਸੰਸਾਰੀ ਗੱਲਾਂ ਕਰਨੀਆਂ ਸੁਣਨੀਆਂ ਕੋਈ ਕਥਾ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਸੰਗਤ ਦੇ ਵਿੱਚ ਆ ਕੇ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ। ਕੰਨਾਂ ਨਾਲ ਕਥਾ ਸੁਣ, ਕਿਉਂਕਿ ਸੁਣ ਹਰ ਕਥਾ ਉਤਾਰੀ ਮੈਲ। ਮਹਾਰਾਜ ਕਹਿੰਦੇ ਜਦੋਂ ਕਥਾ ਸੁਣੇਗਾ ਤੇਰੇ ਅੰਦਰਲੀ ਮੈਲ ਉਤਰ ਜਾਵੇਗੀ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਲਥਾ। ਇਹ ਨਹੀਂ ਵੀ ਕਥਾ ਅੱਜ ਹੀ ਸ਼ੁਰੂ ਹੋਈ ਹੈ, ਕਥਾ ਸਤਿਗੁਰਾਂ ਦੇ ਸਮੇਂ ਤੋਂ ਹੀ ਹੁੰਦੀ ਆ ਰਹੀ ਹੈ। ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸੀ ਤਲਵੰਡੀ ਸਾਬੋ
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ 9 ਮਹੀਨੇ 9 ਦਿਨ ਪ੍ਰਚਲਿਤ ਬਚਨਾ ਪ੍ਰਾਤਨ 9 ਘੜੀਆਂ 9 ਪਲਾਂ ਦੇ ਵਿੱਚ ਰੋਜ਼ਾਨਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਇੱਕ ਪੈਰ ਬਾਣੀ ਲਿਖਵਾਇਆ ਕਰਦੇ। ਸ਼ਹੀਦ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਾ ਕੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਲਮ ਤੇ ਸ਼ਾਹੀ ਤਿਆਰ ਕਰਕੇ ਦਿੰਦੇ ਤੇ ਸੰਧਿਆ ਵੇਲੇ ਉਸੇ ਬਾਣੀ ਨੂੰ ਜਿੰਨੀ ਬਾਣੀ ਅੰਮ੍ਰਿਤ ਵੇਲੇ ਲਿਖਾਈ ਹੁੰਦੀ ਸੰਧਿਆ ਵੇਲੇ ਸਤਿਗੁਰੂ ਜੀ 48 ਸਿੰਘਾਂ ਨੂੰ ਕਥਾ ਦੁਆਰਾ ਅਰਥ ਪੜਾਉਂਦੇ। ਕਲਗੀ ਵਾਲੇ ਨੇ ਆਪ ਕਥਾ ਸੁਣਾਈ। 9 ਮਹੀਨੇ 9 ਦਿਨ ਦੇ ਵਿੱਚ ਗੁਰਸਿੱਖਾਂ ਨੇ ਕਥਾ ਸਰਵਣ ਕੀਤੀ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ। ਕਲਗੀ ਵਾਲੇ ਦੀ ਰਸਨਾ ਤੋਂ ਅੰਮ੍ਰਿਤਮਈ ਬਾਣੀ ਦੀ ਸੰਪੂਰਨ ਕਥਾ ਸੁਣਨ ਦਾ ਇਤਿਹਾਸ 'ਚ ਜ਼ਿਕਰ ਆ। ਇਹ ਫਲ ਹੋਇਆ ਵੀ 48 ਸਿੰਘ ਬਦੇ ਮੁਕਤ ਹੋ ਗਏ, ਜਿਨ੍ਹਾਂ 'ਚ ਸ਼ਹੀਦ ਬਾਬਾ ਦੀਪ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਸਾਹਿਬ, ਸ਼ਹੀਦ ਭਾਈ ਨੌਧ ਸਿੰਘ ਜੈਸੇ ਗੁਰਸਿੱਖਾਂ ਦੇ ਨਾਮ ਆਪ ਸੰਗਤਾਂ ਜਾਣਦੇ ਹੋ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਐਸੀ ਅੰਮ੍ਰਿਤਮਈ ਕਥਾ ਕੰਨਾਂ ਦੁਆਰਾ ਸੁਣ। ਕਾਮ ਕ੍ਰੋਧ ਲੋਭ ਮੋਹ ਤਜਾਰੀ। ਇਹਨੇ ਵੀ ਕਥਾ ਸੁਣ ਲਈ, ਨਾਮ ਜਪ ਲਿਆ ਤੇ ਜੀਵਨ 'ਚ ਔਗਣ ਨਹੀਂ ਕੱਢੇ। ਮਹਾਰਾਜ ਕਹਿੰਦੇ ਕਾਮ ਕ੍ਰੋਧ ਲੋਭ ਮੋਹ ਤਜਾਰੀ, ਇਹਨਾਂ ਔਗਣਾਂ ਨੂੰ ਜੀਵਨ ਦੇ ਵਿੱਚੋਂ ਤਜਣਾ ਹੈ, ਤਿਆਗਣਾ ਹੈ। ਕਾਮ ਦੀ ਥਾਂ ਵਿਵੇਕ ਲਿਆਉਣਾ ਹੈ ਜੀਵਨ ਦੇ ਵਿੱਚ, ਕ੍ਰੋਧ ਦੀ ਥਾਂ ਸ਼ਾਂਤੀ ਧਾਰਨ ਕਰਨੀ ਹੈ, ਲੋਭ ਦੀ ਥਾਂ ਸੰਤੋਖ ਧਾਰਨਾ ਹੈ, ਮੋਹ ਦੀ ਥਾਂ ਵਾਹਿਗੁਰੂ ਦਾ ਪ੍ਰੇਮ ਧਾਰਨ ਕਰਨਾ ਹੈ। ਦ੍ਰਿੜ ਨਾਮ ਦਾਨ ਇਸਨਾਨ ਸੁਚਾਰੀ। ਅੰਮ੍ਰਿਤ ਵੇਲੇ ਦਾ ਇਸ਼ਨਾਨ ਦ੍ਰਿੜ ਕਰਨਾ ਹੈ। ਨਾਮ ਜਪਣਾ ਅੰਮ੍ਰਿਤ ਵੇਲੇ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾ ਨਾਮ ਧਿਆਵੈ, ਇਹ ਦ੍ਰਿੜ ਕਰਨਾ ਹੈ। ਫਿਰ ਇਸ਼ਨਾਨ ਸੁਚਾਰੀ, ਨਾਮ ਦਾ ਦਾਨ ਕਰਨਾ, ਆਪ ਜਪ ਕੇ ਹੋਰਾਂ ਨੂੰ ਜਪਾਉਣਾ। ਫਿਰ ਕਿਰਤ ਕਰਨੀ ਧਰਮ ਦੀ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਵੈ, ਉਹਦੇ ਵਿੱਚੋਂ ਦਸਵੰਧ ਕੱਢਣਾ, ਲੋੜਵੰਦਾਂ ਦੀ ਮਦਦ ਕਰਨੀ। ਇਹ ਸੁਚਾਰੇ ਸੁਚੱਜਾ ਜੀਵਨ ਦੇ ਵਿੱਚ ਮਹਾਰਾਜ ਕਹਿੰਦੇ ਭਾਈ ਜੀਵਨ ਢੰਗ ਅਪਣਾਉਣਾ ਹੈ। ਆਹੋ ਨਾਨਕ ਇਹੋ ਤਤ ਵਿਚਾਰੀ। ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੀ ਸਰਕਾਰ ਮਹਾਰਾਜ ਕਹਿੰਦੇ ਭਾਈ ਇਹੋ ਤਤ ਵਿਚਾਰੇ। ਇਹ ਤਤ ਸਿਧਾਂਤਮਈ ਬਚਨ ਆਪ ਸੰਗਤਾਂ ਨੂੰ ਵਿਚਾਰ ਰੂਪ ਚ ਕਹੇ ਹਨ। ਰਾਮ ਨਾਮ ਜਪ ਪਾਰ ਉਤਾਰੇ। ਰਮੇ ਹੋਏ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕੇ ਸੰਸਾਰ ਸਮੁੰਦਰ ਤੋਂ ਪਾਰ ਉਤਰਿਆ ਜਾਣਾ ਹੈ। ਨਾਮ ਤੋਂ ਬਿਨਾ ਪਾਰ ਉਤਾਰਾ ਨਹੀਂ ਹੈ। ਨਾਮ ਜਪਿਆ ਵੀ ਫੇਰ ਹੀ ਸਫਲ ਹੈ ਜੇ ਅਸੀਂ ਗੁਰੂ ਵਾਲੇ ਬਣੀਏ। ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਮ ਬੁਰਾ। ਭਾਈ ਜੀ ਨੇ ਖੰਡੇ ਕੀ ਪੌੜ ਨਹੀਂ ਸਕੇ, ਉਹ ਨਿਗੁਰਾ ਗਾ। ਤੇ ਬਾਣੀ ਕਹਿੰਦੀ ਨਿਗੁਰੇ ਦਾ ਨਾਮ ਲੈਣ ਨਾਲ ਵੀ ਪਾਪ ਲੱਗਦਾ ਹੈ। ਜੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲੇ ਨਹੀਂ ਬਣੇ, ਤਾਂ ਸਤਿਗੁਰੂ ਮਹਾਰਾਜ ਨੇ ਕਿਹਾ ਕਿਆ ਪ੍ਰਭਾਸਾ ਇਸ ਭਾਂਡੇ ਕਾ, ਕਿਤਨਕ ਲਾਗਾ ਠਣਕਾ। ਕੋਈ ਭਰੋਸਾ ਨਹੀਂ ਹੈ ਸਰੀਰ ਦਾ, ਜੇ ਨਿਗੁਰੇ ਮਰ ਗਏ ਤਾਂ 84 ਦੇ ਚੱਕਰ 'ਚ ਪੈਣਾ ਪਵੇਗਾ। ਇਸ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਬਾਝੋਂ ਗੁਰ ਨਹੀਂ ਕੋਈ, ਗੁਰੂ ਤੋਂ ਬਿਨਾ ਭਾਈ ਹੋਰ ਕੋਈ ਸਤਿਗੁਰੂ ਪੂਰਾ ਗੁਰੂ ਨਹੀਂ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ, ਖੰਡੇ ਬਾਟੇ ਦਾ ਅੰਮ੍ਰਿਤ ਛਕੀਏ। ਪੰਜਾਂ ਪਿਆਰਿਆਂ ਦੁਆਰਾ ਦੱਸੀ ਹੋਈ ਰਹਿਤ ਦੁਆਰਾ ਜੋ ਪਾਵਨ ਸਤਿਗੁਰੂ ਜੀ ਨੇ ਰਹਿਤ ਦ੍ਰਿੜ ਕਰਾਈ ਹੈ, ਨਾਮ ਦ੍ਰਿੜ ਕਰਾਇਆ, ਉਹ ਨਾਮ ਜਪੀਏ। ਸਤਿਗੁਰੂ ਕਿਰਪਾ ਕਰਨ। ਆਓ ਅਖੀਰਲੀਆਂ ਪੰਗਤਾਂ ਸਰਵਣ ਕਰੀਏ। ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ। ਕਹੋ ਨਾਨਕ ਇਹੋ ਤਤ ਵਿਚਾਰੀ। ਰਾਮ ਨਾਮ ਜਪ ਪਾਰ ਉਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।